Yes, good morning, ninth class students. Today's our next topic of discussing under the chapter number 7th is classification and evolution. राजे पहला ਆਪਾਂ classification ਬਾਰੇ already discuss ਕਰ ਚੁੱਕੇ ਹਾਂ but ਅੱਜ ਆਪਾਂ ਨਾਲ evolution ਵੀ ਦੇਖਾਂਗੇ. All living things are identified and categorized on the basis of their body design in form and functions. Some characteristics are likely to make more ranging changes in the body design than others. There is a role of time in this as well. ਦੇਖੋ ਰਾਜੇ ਉਹ ਕਹਿੰਦੇ ਜਿੰਨੇ ਵੀ ਲਿਵਿੰਗ ਆਰਗੇਨਿਜ਼ਮ ਆ ਆਪਾਂ ਉਹਨਾਂ ਨੂੰ ਆਇਡੈਂਟੀਫਾਈ ਮੀਨਸ ਪਹਿਚਾਣਦੇ ਹਾਂ ਅਤੇ ਉਹਨਾਂ ਦੀ ਕੈਟਾਗਰੀਜ਼ ਮਤਲਬ ਗਰੁੱਪਿੰਗ ਕਰ ਦਿੰਦੇ ਹਾਂ ਅਲੱਗ-ਅਲੱਗ ਗਰੁੱਪਸ ਦੇ ਵਿੱਚ ਕਾਹਦੇ ਬੇਸ 'ਤੇ ਉਹਨਾਂ ਦੀ ਬੋਡੀ ਦਾ ਡਿਜ਼ਾਈਨ ਕੀ ਆ ਉਹਨਾਂ ਦੀ ਸ਼ੇਪ ਕਿਹੋ ਜਿਹੀ ਆ ਫੋਰਮ ਕਿੱਦਾਂ ਦੀ ਹੈ ਅਤੇ ਉਹ ਕਿੱਦਾਂ ਦੇ ਕੰਮ ਕਰਦੇ ਆ ਮੋਸਟਲੀ ਕਹਿੰਦੇ ਇਹਨਾਂ 'ਚੋਂ ਕੁਛ ਕੁ ਕਰੈਕਟਰਸ ਇੱਦਾਂ ਦੇ ਹੁੰਦੇ ਆ ਜਿਹਦੇ ਵਿੱਚ ਵਾਈਡ ਰੇਂਜ ਮਿਲਦੀ ਹੈ ਵੀ ਚੇਂਜ ਬਹੁਤ ਜ਼ਿਆਦਾ ਹੁੰਦੇ ਆ ਫੋਰ ਐਗਜ਼ਾਮਪਲ ਆਪਾਂ ਟੀਥ ਦੀ ਗੱਲ ਕਰ ਲਈਏ ਹਰ ਇੱਕ ਐਨੀਮਲ 'ਚ ਜਿਨ੍ਹਾਂ ਦੇ ਵਿੱਚ ਟੀਥ ਪ੍ਰੈਜੈਂਟ ਹੁੰਦੇ ਆ ਤਾਂ ਟੀਥ ਦੀ ਸ਼ੇਪ ਅਲੱਗ-ਅਲੱਗ ਹੁੰਦੀ ਹੈ ਸਪੀਸ਼ੀਜ਼ ਪ੍ਰਜਾਤੀਆਂ ਵੱਖ ਹੁੰਦੇ ਅਕੋਰਡਿੰਗ ਨਾ ਇਸ ਤਰ੍ਹਾਂ ਤਾਂ ਉਹ ਕਹਿੰਦੇ ਬਟ ਇਹਦੇ ਨਾਲ ਟਾਈਮ ਦਾ ਵੀ ਰੋਲ ਆ ਟਾਈਮ ਦੇ ਨਾਲ ਨਾਲ ਸਾਰਾ ਕੁਛ ਚੇਂਜ ਹੋ ਰਿਹਾ ਵਾ ਕਹਿੰਦੇ ਵਨਸ ਅ ਸਰਟਨ ਬੋਡੀ ਡਿਜ਼ਾਈਨ ਕਮ ਇਨ ਟੂ ਐਗਜ਼ਿਸਟੈਂਸ ਇਟ ਵਿਲ ਸ਼ੇਪ ਦਾ ਅਫੈਕਟ ਆਫ ਆਲ ਅਦਰ ਸਬਸੀਕੁਐਂਟ ਡਿਜ਼ਾਈਨ ਚੇਂਜਿਸ ਸਿੰਪਲੀ ਬਿਕੋਜ਼ ਇਟ ਆਲਰੇਡੀ ਐਗਜ਼ਿਸਟ ਉਹ ਕਹਿੰਦੇ ਮੰਨ ਲਓ ਜਿਹੜੇ ਜੀਵ ਜੰਤੂ ਹੋਂਦ ਦੇ ਵਿੱਚ ਆ ਗਏ ਆ ਮੀਨਸ ਕਿ ਹੁਣ ਹੈਗੇ ਆ ਤਾਂ ਟਾਈਮ ਦੇ ਹਿਸਾਬ ਨਾਲ ਉਹਨਾਂ ਦੇ ਵਿੱਚ ਥੋੜ੍ਹਾ ਬਹੁਤ ਚੇਂਜ ਆਉਂਦਾ ਰਹਿੰਦਾ ਅਗਲੀਆਂ ਜਨਰੇਸ਼ਨਸ ਤੱਕ ਜਿੱਦਾਂ ਦੇਖੋ ਰਾਜੇ ਆਪਣੇ ਪੇਰੈਂਟਸ ਦੇ ਆਪਾਂ ਬੱਚੇ ਆ ਉਹਨਾਂ ਦੀ ਸ਼ਕਲ ਸੂਰਤ ਦੇ ਨਾਲੋਂ ਆਪਣੇ ਵਿੱਚ ਚੇਂਜ ਆਇਆ ਗਿਆ ਆਪਣੇ ਬੱਚਿਆਂ 'ਚ ਵੀ ਚੇਂਜ ਆਏਗਾ ਇਸੇ ਤਰ੍ਹਾਂ ਇੱਕ ਫੈਮਿਲੀ ਦੇ ਵਿੱਚ ਕਾਫੀ ਸਾਰੇ ਚੇਂਜਿਸ ਆ ਜਾਂਦੇ ਆ ਨਾ ਇਹਦਾ ਮਤਲਬ ਟਾਈਮ ਵੀ ਮੈਟਰ ਕਰਦਾ ਇਹਦੇ ਆਪੋਜ਼ਿਟ ਜੇ ਆਪਾਂ ਗੱਲ ਕਰੀਏ ਕਹਿੰਦੇ ਇਨ ਅਦਰ ਵਰਡਸ ਦੂਸਰੇ ਸ਼ਬਦਾਂ 'ਚ ਕਹਿ ਸਕੀਏ characteristics that came into existence earlier are likely to be more basic than characteristics that have came into existence later ਉਹ ਕਹਿੰਦੇ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਉਹ ਜੀਵ ਜੰਤੂ ਪ੍ਰੈਜ਼ੈਂਟ ਸੀ ਉਹਨਾਂ ਵਾਲੇ ਜਿਹੜੇ ਕਰੈਕਟਰ ਨੇ ਉਹਨਾਂ ਦੇ ਜਿਹੜੇ ਗੁਣ ਨੇ ਉਹਨਾਂ ਦੇ ਜਿਹੜੇ ਲੱਛਣ ਆ ਉਹ ਸੇਮ ਰਹਿਣ ਜਾਂ ਬੇਸਿਕ ਮੀਨਸ ਆਲਮੋਸਟ ਨਾਲ ਮਿਲਦੇ ਜੁਲਦੇ ਹੋਣ ਜਿੱਦਾਂ ਦੇ ਜੀਵ ਜੰਤੂ ਹੁਣ ਨੇ ਮੀਨਸ ਕਿ ਹੁਣ ਦੇ ਜ਼ਮਾਨੇ ਵਾਲੇ ਜੀਵ ਜੰਤੂਆਂ ਦੇ ਗੁਣ ਪਿਛਲੇ ਜ਼ਮਾਨੇ ਵਾਲਿਆਂ ਦੇ ਨਾਲ ਮਿਲਦੇ ਹੋਣੇ ਚਾਹੀਦੇ ਆ ਤਾਂ ਇਸ ਚੀਜ਼ ਨੂੰ ਆਪਾਂ ਐਵੋਲਿਊਸ਼ਨ ਕਹਿ ਸਕਦੇ ਹਾਂ ਜਿੱਦਾਂ ਕਿ ਸਿੰਪਲ ਐਵੋਲਿਊਸ਼ਨ ਕੀ ਹੁੰਦਾ ਰਾਜੇ ਪੁਰਾਣੇ ਸਮਿਆਂ ਦੀ ਜੇ ਆਪਾਂ ਸਟੱਡੀ ਕਰੀਏ ਕਿਸੇ ਆਰਗੈਨਿਜ਼ਮ ਦੀ ਹਿਸਟਰੀ ਦੀ ਸਟੱਡੀ ਕਰੀਏ ਉਹਦੇ ਗੁਣਾਂ ਦੇ ਆਧਾਰ 'ਤੇ ਆਪਾਂ ਇਹ ਦੇਖਾਂਗੇ ਕਿ ਸਮੇਂ ਦੇ ਨਾਲ ਨਾਲ ਉਹਨਾਂ ਵਿੱਚ ਕੀ ਚੇਂਜ ਆਇਆ ਅਤੇ ਨਵੀਂ ਪ੍ਰਜਾਤੀ ਕਿਹੜੀ ਬਣੀ ਆ ਜਿੱਦਾਂ ਆਪਾਂ ਸਿੰਪਲ ਕਹਿ ਦਿੰਦੇ ਹਾਂ ਕਿ ਜਿਹੜਾ ਮਨੁੱਖ ਆ ਉਹ ਮੰਕੀਜ਼ ਤੋਂ ਬਣਿਆ ਠੀਕ ਆ ਇਹਦਾ ਕਾਰਨ ਇਹ ਨਹੀਂ ਕਿ ਮੰਕੀ ਤੋਂ ਆਪਾਂ ਬਣਿਆ ਮੀਨਸ ਕਿ ਮੰਕੀ ਦੇ ਕਰੈਕਟਰ ਆਪਣੇ ਵਰਗੇ ਸੀ ਹੌਲੀ ਹੌਲੀ ਜਿਵੇਂ ਟਾਈਮ ਪਈ ਗਿਆ ਉਹਨਾਂ ਮੰਕੀਜ਼ ਦੇ ਵਿੱਚ ਚੇਂਜ ਆਈ ਗਏ ਇੱਕ ਨਵੀਂ ਪ੍ਰਜਾਤੀ ਬਣ ਗਈ ਜਿਨ੍ਹਾਂ ਨੂੰ ਨਾਮ ਦਿੱਤਾ ਮਨੁੱਖ ਦਾ ਠੀਕ ਆ ਮੰਕੀ ਤਾਂ ਅੱਜ ਵੀ ਹੈਗੇ ਬਟ ਉਹ ਵਾਲੀ ਵੈਰਾਈਟੀ ਦੇ ਵਿੱਚ ਹਜੇ ਚੇਂਜ ਨਹੀਂ ਆਏ ਸਮਝੇ ਬੇਟਾ ਤਾਂ ਉਹਨੂੰ ਆਪਾਂ ਐਵੋਲਿਊਸ਼ਨ ਕਹਿ ਦਿੰਦੇ ਹਾਂ This means that the classification of life forms will be closely related to their evolution ਕਹਿੰਦੇ ਆਪਾਂ ਕਹਿ ਸਕਦੇ ਹਾਂ ਕਿ ਕਲਾਸੀਫਿਕੇਸ਼ਨ ਦਾ ਐਵੋਲਿਊਸ਼ਨ ਦੇ ਨਾਲ ਨੇੜੇ ਦਾ ਸੰਬੰਧ ਆ ਤਾਂ ਦੈਨ ਵਟ ਇਜ਼ ਐਵੋਲਿਊਸ਼ਨ ਕੀ ਹੋਇਆ ਆਪਾਂ ਆਲਰੇਡੀ ਦੱਸ ਚੁੱਕੇ ਹਾਂ ਨਾ Most life forms that we see today have arisen by an accumulation of changes in the body design that allow the organism possessing them to survive better ਕਹਿੰਦੇ ਬਹੁਤ ਸਾਰੇ ਇੱਦਾਂ ਦੇ ਗੁਣ ਹੁੰਦੇ ਨੇ ਇਹ ਬਹੁਤ ਸਾਰੇ ਇੱਦਾਂ ਦੇ ਲੱਛਣ ਆ ਕਿ ਜਿਹੜੇ ਆਪਾਂ ਅੱਜ ਕੱਲ੍ਹ ਚੇਂਜ ਦੇਖ ਰਹੇ ਹਾਂ ਅੱਜ ਕੱਲ੍ਹ ਗੁਣ ਦੇਖ ਰਹੇ ਹਾਂ ਉਸ ਆਰਗੈਨਿਜ਼ਮ ਦੀ ਬੋਡੀ ਦੇ ਵਿੱਚ ਕਿਉਂ ਆਏ ਆ ਟਾਈਮ ਦੇ ਅਕੋਰਡਿੰਗ ਉਹਨੇ ਆਪਣੇ ਆਪ ਨੂੰ ਜਿਉਂਦਾ ਰੱਖਣਾ ਸੀ ਤਾਂ ਉਹਦੇ ਵਿੱਚ ਚੇਂਜ ਆ ਗਈ ਉਹ ਚੇਂਜ ਆਉਂਦੇ ਉਹਨਾਂ ਦੇ ਵਿੱਚ ਇੱਕ ਨਵੀਂ ਪ੍ਰਜਾਤੀ ਬਣ ਗਈ ਸਿੰਪਲੀ ਤਾਂ ਜੇ ਤੁਸੀਂ ਸੁਣਿਆ ਹੋਊਗਾ ਕਿਹਾ ਜਾਂਦਾ ਸੀ ਕਿ ਪੁਰਾਣੇ ਜ਼ਮਾਨਿਆਂ 'ਚ ਜਿਹੜੇ ਹਾਰਸ ਸੀ ਪਹਿਲਾਂ ਉਹਨਾਂ ਦੇ ਵਿੰਗਸ ਹੁੰਦੇ ਸੀਗੇ ਠੀਕ ਆ ਬਟ ਅੱਜ ਕੱਲ੍ਹ ਨਹੀਂ ਗੇ ਪਹਿਲਾਂ ਇਹ ਵੀ ਤੁਸੀਂ ਸੁਣਿਆ ਹੋਊਗਾ ਕਿ ਜਿਹੜਾ ਪਹਿਲਾਂ ਸਨੇਕ ਹੁੰਦਾ ਸੀ ਤਾਂ ਸਨੇਕ ਦੇ ਵੀ ਪੈਰ ਹੁੰਦੇ ਸੀ ਉਹ ਰਿੰਗ ਕੇ ਚੱਲਦਾ ਸੀਗਾ ਪੈਰਾਂ ਦੀ ਹੈਲਪ ਦੇ ਨਾਲ ਬਟ ਅੱਜ ਕੱਲ੍ਹ ਦੇ ਸਨੇਕਸ ਦੇ ਪੈਰ ਨਹੀਂ ਗਏ ਪੈਰ ਮੀਨਸ ਲਿੰਬਸ ਨਹੀਂ ਗਿਆ ਕੀ ਕਾਰਨ ਆ ਕਿ ਜਿਵੇਂ ਜਿਵੇਂ ਸਮੇਂ ਦੀ ਲੋੜ ਸੀ ਉਹਨਾਂ ਨੇ ਆਪਣੇ ਆਪ ਨੂੰ ਜਿਸ ਜਗ੍ਹਾ 'ਤੇ ਰਹਿਣ ਵਾਸਤੇ ਜਿਉਂਦੇ ਰੱਖਣ ਵਾਸਤੇ ਰਹਿਣਾ ਸੀ ਉਹਦੇ ਅਕੋਰਡਿੰਗ ਆਪਣੇ ਵਿੱਚ ਉਹ ਅਡੈਪਟੇਸ਼ਨਾਂ ਲੈ ਕੇ ਆਏ ਅਡੈਪਟੇਸ਼ਨਾਂ ਮੀਨਸ ਆਪਣੀ ਬੋਡੀ ਨੂੰ ਉਸ ਤਰੀਕੇ ਢਾਲ ਲਿਆ ਉਹਨਾਂ ਨੇ ਤਾਂ ਉਹਨਾਂ ਦੇ ਵਿੱਚ ਚੇਂਜ ਆ ਗਏ ਸੀਗੇ ਉਦੋਂ ਵੀ ਸੱਪ ਹੁਣ ਵੀ ਸੱਪ ਆ ਪਰ ਉਹਨਾਂ ਦੀ ਸ਼ੇਪ ਬਿਲਕੁਲ ਚੇਂਜ ਹੋ ਗਈ ਉਸ ਚੀਜ਼ ਨੂੰ ਕੀ ਬੋਲਦੇ ਨੇ ਆਪਾਂ ਐਵੋਲਿਊਸ਼ਨ ਕਿ ਟਾਈਮ ਦੇ ਅਕੋਰਡਿੰਗ ਜਦੋਂ ਕਿਸੇ ਜੀਵ ਜੰਤੂਆਂ ਦੇ ਵਿੱਚ ਚੇਂਜ ਆਉਂਦਾ ਤਾਂ ਉਹਨਾਂ ਦੀ ਇੱਕ ਨਵੀਂ ਪ੍ਰਜਾਤੀ ਬਣ ਜਾਂਦੀ ਆ ਠੀਕ ਆ ਤਾਂ ਆਪਾਂ ਇਹ ਵੀ ਕਹਿ ਸਕਦੇ ਹਾਂ ਸਿੰਪਲੀ ਕਿ ਕਿਸੇ ਆਰਗੈਨਿਜ਼ਮ ਦੀ ਪੁਰਾਣੀ ਹਿਸਟਰੀ ਦੀ ਡਿਟੇਲ ਪੜ੍ਹਨੀ
ठीक है बेटा। तो कहते एक अपने कोल साइंटिस्ट सी चार्ल्स डार्विन 1859 ਦੇ ਵਿੱਚ ਉਹਨੇ ਇੱਕ ਬੁੱਕ ਲਿਖੀ ਸੀਗੀ, ਉਹਦੀ ਬੁੱਕ ਦਾ ਨਾਮ ਸੀ ਓਰੀਜਨ ਆਫ ਸਪੀਸ਼ੀਜ਼। ਉਹਦੇ ਵਿੱਚ ਉਹਨੇ ਸਾਰਾ ਕੁਛ ਐਵੋਲਿਊਸ਼ਨ ਬਾਰੇ ਹੀ ਦੱਸਿਆ ਸੀ, ਉਹਨੇ ਰਿਸਰਚ ਵੀ ਕੀਤੀ ਸੀ ਇੱਕ, ਤੇ ਨੈਚੁਰਲ ਸਿਲੈਕਸ਼ਨ ਕਿਹਾ ਜਾਂਦਾ, ਥਿਊਰੀ ਦਿੱਤੀ ਸੀ ਇੱਕ ਆਪਦੀ। ਕਹਿੰਦੇ ਵੀ ਕੈਨ ਕਨੈਕਟ this idea of evolution to classification. We will find some groups of organisms which have ancient body design that have not changed very much. ਕਹਿੰਦੇ ਅਗਰ ਆਪਾਂ ਇਹ ਦੇਖੀਏ ਬਈ ਆਪਾਂ ਐਵੋਲਿਊਸ਼ਨ ਤੇ ਕਲਾਸੀਫਿਕੇਸ਼ਨ ਦਾ ਰਿਲੇਸ਼ਨ ਜੋੜ ਕੇ ਦੇਖਦੇ ਹਾਂ ਤਾਂ ਆਪਾਂ ਕੁਛ ਕੁ ਆਰਗੈਨਿਜ਼ਮ ਇੱਦਾਂ ਦੇ ਦੇਖਦੇ ਹਾਂ ਕਿ ਜਿਨ੍ਹਾਂ ਦੀ ਬੋਡੀ ਅੱਜ ਵੀ ਉਵੇਂ ਦੀ ਹੈ ਜਿਵੇਂ ਬਹੁਤ ਪੁਰਾਣੇ ਜ਼ਮਾਨੇ 'ਚ ਹੁੰਦੀ ਸੀ। ਮੰਨ ਲਓ ਅੱਜ ਤੋਂ 100-150 ਸਾਲ ਪਹਿਲਾਂ, 50 ਸਾਲ ਪਹਿਲਾਂ, ਹੈ ਨਾ, ਤਾਂ ਉਹਨਾਂ ਦੀ ਬੋਡੀ ਦੇ ਵਿੱਚ ਕੋਈ ਜ਼ਿਆਦਾ ਚੇਂਜ ਨਹੀਂ ਆਇਆ। ਵੀ ਵਿਲ ਆਲਸੋ ਫਾਈਂਡ ਅਦਰ ਗਰੁੱਪਸ ਆਫ ਆਰਗੈਨਿਜ਼ਮ ਦੈਟ ਹੈਵ ਅਕਵਾਇਰਡ ਦੇਅਰ ਪਰਟੀਕੂਲਰ ਬੋਡੀ ਡਿਜ਼ਾਈਨ ਰੈਲੇਟਿਵਲੀ ਰੀਸੈਂਟਲੀ। ਅਤੇ ਕੁਛ ਕੁ ਇਸ ਤਰ੍ਹਾਂ ਦੇ ਵੀ ਜੀਵ ਜੰਤੂ ਆ ਜਿਹਦੇ ਵਿੱਚ ਆਪਾਂ ਦੇਖਿਆ ਹੋਊਗਾ ਕਿ ਰੀਸੈਂਟਲੀ ਕੁਛ ਨਵਾਂ ਐਡ ਹੋਇਆ, ਮੀਨਸ ਪਿਛਲੇ 100 ਸਾਲ ਤੋਂ ਉਹਨਾਂ ਦੀ ਬੋਡੀ 'ਚ ਕੋਈ ਚੇਂਜ ਪਾਇਆ ਗਿਆ, ਪਹਿਲਾਂ ਉਹਨਾਂ ਦੇ ਵਿੱਚ ਉਹ ਚੇਂਜ ਨਹੀਂ ਸੀਗਾ। ਦੋਜ਼ ਇਨ ਦਾ ਫਸਟ ਗਰੁੱਪ, ਜਿਹੜੇ ਪਹਿਲਾਂ ਵਾਲੇ ਗਰੁੱਪ ਦੀ ਗੱਲ ਕਰਦੇ ਹਾਂ, ਮੀਨਸ ਕਿ ਜਿਹੜੇ ਆਰਗੈਨਿਜ਼ਮ ਦੀ ਬੋਡੀ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ, ਉਹ ਅੱਜ ਤੋਂ 100-200 ਸਾਲ ਪਹਿਲਾਂ ਵੀ ਉਵੇਂ ਦੇ ਸੀ, ਅੱਜ ਵੀ ਉਵੇਂ ਦੇ ਸੀ, ਉਹਨਾਂ ਆਰਗੈਨਿਜ਼ਮ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਪ੍ਰਿਮਿਟਿਵ ਆਰਗੈਨਿਜ਼ਮ ਜਾਂ ਲੋਅਰ। ਪ੍ਰਿਮਿਟਿਵ ਮੀਨਸ ਪੁਰਾਣੇ, ਪੁਰਾਤਨ, ਲੋਅਰ ਮੀਨਸ ਛੋਟੇ ਦਰਜੇ ਦੀ, ਠੀਕ ਹੈ ਜੀ। ਜਦੋਂ ਕਿ ਜਿਹੜੇ ਆਰਗੈਨਿਜ਼ਮ ਦੀ ਬੋਡੀ ਦੇ ਵਿੱਚ ਹੌਲੀ ਹੌਲੀ ਚੇਂਜ ਆਈ ਗਿਆ ਟਾਈਮ ਦੇ ਅਕੋਰਡਿੰਗ, ਉਹਨਾਂ ਨੇ ਆਪਣੀ ਸ਼ੇਪ ਵਗੈਰਾ ਚੇਂਜ ਕਰ ਲਈ, ਉਹਨਾਂ ਨੂੰ ਆਪਾਂ ਕੀ ਬੋਲ ਦਿੰਦੇ ਹਾਂ? ਐਡਵਾਂਸਡ ਆਰਗੈਨਿਜ਼ਮ ਔਰ ਹਾਇਰ ਆਰਗੈਨਿਜ਼ਮਸ, ਠੀਕ ਹੈ ਜੀ। ਇਨ ਰਿਐਲਿਟੀ these terms are not quite correct since they do not properly relate to the difference. ਕਹਿੰਦੇ ਵੈਸੇ ਸਿੰਪਲੀ ਇਹ ਟਰਮਸ ਦੋਨੇ ਜ਼ਿਆਦਾ ਕਲੀਅਰ ਨਹੀਂ ਹੁੰਦੀਆਂ ਇੱਥੇ। all that we can say is that some are older organism while some are younger. ਜਿੱਦਾਂ ਆਪਾਂ older ਤੇ younger ਦੀ ਗੱਲ ਕਰਦੇ ਹਾਂ, since there is a possible that complexity in design will increase over evolutionary time. ਹਾਂ, ਬਟ ਆਪਾਂ ਇਹ ਜ਼ਰੂਰ ਕਹਿ ਸਕਦੇ ਹਾਂ ਕਿ ਜਿਵੇਂ ਜਿਵੇਂ ਟਾਈਮ ਲੰਘੀ ਗਿਆ, ਐਵੋਲਿਊਸ਼ਨ ਹੋਈ ਗਿਆ, ਤਾਂ ਆਰਗੈਨਿਜ਼ਮ ਦੇ ਵਿੱਚ ਕੰਪਲੈਕਸਿਟੀ ਆ ਗਈ। ਕੰਪਲੈਕਸਿਟੀ ਮੀਨਸ ਗੁੰਝਲਦਾਰਤਾ ਆ ਗਈ ਕਿ ਉਹ ਪਹਿਲਾਂ ਨਾਲੋਂ ਕੰਪਲੈਕਸ ਹੋ ਗਏ। ਇਟ ਮੇ ਨਾਟ ਬੀ ਰੋਂਗ ਟੂ ਸੇ ਦੈਟ ਓਲਡਰ ਆਰਗੈਨਿਜ਼ਮ ਆਰ ਸਿੰਪਲਰ ਵਾਈਲ ਯੰਗਰ ਵਨਸ ਆਰ ਮੋਰ ਕੰਪਲੈਕਸ। ਕਹਿੰਦੇ ਆਪਾਂ ਕਹਿ ਸਕਦੇ ਹਾਂ ਜਿਹੜੇ ਪੁਰਾਣੇ ਆਰਗੈਨਿਜ਼ਮ ਸੀ ਉਹ ਸਿੰਪਲ ਸੀ, ਬਟ ਜਿਹੜੇ ਨਵੇਂ ਆਏ ਉਹ ਕੀ ਨੇ? ਕੰਪਲੈਕਸ ਨੇ, ਜ਼ਿਆਦਾ ਗੁੰਝਲਦਾਰ ਆ। ਇਹਦੇ ਨਾਲ ਰਿਲੇਟਡ ਰਾਜੇ ਆਪਾਂ 2 ਕੁਐਸਚਨ ਵੀ ਡਿਸਕਸ ਕਰਦੇ ਹਾਂ। ਇਹ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਿਹਾ ਸੀਗਾ ਬਾਇਓਡਾਇਵਰਸਿਟੀ ਦੇ ਬਾਰੇ ਪੜ੍ਹਨਾ, ਤਾਂ ਇਹ ਤੁਹਾਡੇ ਕੋਲ ਬਾਇਓਡਾਇਵਰਸਿਟੀ ਹੈ, ਤੁਸੀਂ ਖੁਦ ਰੀਡ ਕਰੋਗੇ ਬਿਕੋਜ਼ ਮੈਂ ਪਹਿਲੇ ਦਿਨ ਪੜ੍ਹਾਤਾ ਸੀ। ਦੇਖੋ ਰਾਜੇ 2 ਕੁਐਸਚਨ ਆ, ਵਿਚ ਆਰਗੈਨਿਜ਼ਮ ਆਰ ਕਾਲਡ ਪ੍ਰਿਮਿਟਿਵ ਐਂਡ ਹਾਊ ਆਰ ਦੇ ਡਿਫਰੈਂਟ ਫਰੋਮ ਸੋ ਕਾਲਡ ਐਡਵਾਂਸ। ਵੀ ਪ੍ਰਿਮਿਟਿਵ ਆਰਗੈਨਿਜ਼ਮ ਕਿਹਨਾਂ ਨੂੰ ਕਿਹਾ ਜਾਂਦਾ ਅਤੇ ਉਹਨਾਂ ਨੂੰ ਐਡਵਾਂਸ ਤੋਂ ਅਲੱਗ ਕਿਵੇਂ ਮੰਨਿਆ ਜਾਂਦਾ। ਦੇਖੋ, ਦ ਆਰਗੈਨਿਜ਼ਮ ਵਿਚ ਹੈਵ ਐਨੀਸ਼ੈਂਟ ਬੋਡੀ ਡਿਜ਼ਾਈਨ ਮੀਨਸ ਕਿ ਪੁਰਾਣੇ ਜ਼ਮਾਨੇ ਵਾਲੀ ਉਹਨਾਂ ਦੀ ਬੋਡੀ ਦੀ ਡਿਜ਼ਾਈਨਿੰਗ ਆ, ਸ਼ੇਪ ਆ, ਸਟਰਕਚਰ ਆ, ਅਤੇ ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਆਇਆ, ਤਾਂ ਉਹਨਾਂ ਨੂੰ ਲੋਅਰ ਆਰਗੈਨਿਜ਼ਮ ਵੀ ਕਹਿ ਸਕਦੇ ਆ। ਐਡਵਾਂਸ ਆਰਗੈਨਿਜ਼ਮ ਕੀ ਆ? ਜਿਨ੍ਹਾਂ ਦੀ ਜਿਹੜੇ ਆਰਗੈਨਿਜ਼ਮ ਨੇ ਕਰੈਕਟਰਸ ਨੂੰ ਅਕਵਾਇਰ ਕੀਤਾ, ਮੀਨਸ ਕਿ ਜਨਮ ਤੋਂ ਬਾਅਦ ਸਮੇਂ ਦੇ ਚੇਂਜ ਹੋਣ ਦੇ ਨਾਲ ਨਾਲ ਆਪਣੇ ਵਿੱਚ ਚੇਂਜ ਲੈ ਕੇ ਆਉਂਦੇ, ਤਾਂ ਉਹਨਾਂ ਨੇ ਅਕਵਾਇਰ ਕੀਤਾ ਮੀਨਸ ਕਿ ਪ੍ਰਾਪਤ ਕੀਤਾ ਨਕਲੀ ਤਰੀਕੇ ਨਾਲ ਬੋਡੀ ਦੇ ਡਿਜ਼ਾਈਨ ਨੂੰ, ਮੀਨਸ ਉਹਨਾਂ ਦੀ ਸ਼ੇਪ ਚੇਂਜ ਹੋ ਗਈ, ਤਾਂ ਉਹਨਾਂ ਨੂੰ ਆਪਾਂ ਕੀ ਬੋਲ ਸਕਦੇ ਹਾਂ? ਹਾਇਰ ਆਰਗੈਨਿਜ਼ਮ। ਸੈਕਿੰਡ ਕੁਐਸਚਨ ਸੀ ਵਿਲ ਐਡਵਾਂਸਡ ਆਰਗੈਨਿਜ਼ਮ ਬੀ ਸੇਮ ਐਜ਼ ਕੰਪਲੈਕਸ ਐਂਡ ਵਾਈ। ਉਹ ਕਹਿੰਦੇ ਐਡਵਾਂਸ ਆਰਗੈਨਿਜ਼ਮ ਅਤੇ ਕੰਪਲੈਕਸ ਆਰਗੈਨਿਜ਼ਮ ਸੇਮ ਆ ਅਤੇ ਕਿਵੇਂ? ਹਾਂ, ਯੈਸ, ਕੰਪਲੈਕਸਿਟੀ ਇਨ ਡਿਜ਼ਾਈਨ ਵਿਲ ਇਨਕਰੀਜ਼ ਓਵਰ ਐਵੋਲਿਊਸ਼ਨਰੀ ਟਾਈਮ। ਆਪਾਂ ਕਿਹਾ ਸੀ ਕਿ ਆਰਗੈਨਿਜ਼ਮ ਦੀ ਬੋਡੀ 'ਚ ਕੰਪਲੈਕਸਿਟੀ ਕਦੋਂ ਆਉਂਦੀ ਆ? ਐਵੋਲਿਊਸ਼ਨਰੀ ਟਾਈਮ ਦੇ ਬੇਸ 'ਤੇ। ਜਿਹੜੇ ਤਾਂ ਓਲਡਰ ਸੀ ਪ੍ਰਿਮਿਟਿਵ ਆਰਗੈਨਿਜ਼ਮ ਕਿਹਾ, ਜਦੋਂ ਉਹਨਾਂ 'ਚ ਚੇਂਜ ਆਈ ਗਏ ਉਹੀ ਕੀ ਹੋ ਗਏ? ਐਡਵਾਂਸ ਹੋ ਗਏ, ਅਤੇ ਉਹਨਾਂ ਨੂੰ ਆਪਾਂ ਕੀ ਕਹਿਤਾ? ਕੰਪਲੈਕਸ ਆਰਗੈਨਿਜ਼ਮ, ਠੀਕ ਆ। ਤਾਂ ਸਿੰਪਲ ਆਪਾਂ ਕਹਿ ਸਕਦੇ ਹਾਂ, ਜਿੱਦਾਂ ਐਗਜ਼ਾਮਪਲ ਆ, ਜਿਹੜੇ ਬੈਕਟੀਰੀਆ ਵਗੈਰਾ ਨੇ ਇਹ ਅੱਜ ਵੀ ਉੱਦਾਂ ਦੇ ਆ ਜਿੱਦਾਂ ਹੀ ਪਹਿਲਾਂ ਸੀ। ਇਹ ਕੀ ਨੇ? ਆਪਣੇ ਕੋਲੇ ਪ੍ਰਿਮਿਟਿਵ ਔਰ ਲੋਅਰ ਆਰਗੈਨਿਜ਼ਮ ਆ ਗਏ। ਬਟ ਆਪਾਂ ਹਿਊਮਨ ਦੀ ਗੱਲ ਕਰਦੇ ਹਾਂ, ਹਿਊਮਨ ਪਹਿਲਾਂ ਹੋਰ ਤਰ੍ਹਾਂ ਦਾ ਸੀ, ਹੁਣ ਹੋਰ ਤਰ੍ਹਾਂ ਦਾ ਵਾ। 100-200 ਸਾਲ 1500 ਸਾਲ ਤੋਂ ਲੈ ਕੇ ਅਲੱਗ ਤਰ੍ਹਾਂ ਦੀ ਸ਼ੇਪ ਆ ਹਿਊਮਨ ਦੀ। ਤਾਂ ਇਹ ਐਡਵਾਂਸਡ ਆਰਗੈਨਿਜ਼ਮ ਆ ਅਤੇ ਹਾਇਰ ਆਰਗੈਨਿਜ਼ਮ। ਰਾਜੇ ਤੁਸੀਂ ਐਗਜ਼ਾਮਪਲਸ ਲੈ ਸਕਦੇ ਹੋ ਇਹਦੇ 'ਚ ਹਿਊਮਨ ਦੀ, ਇਹਦੇ ਵਿੱਚ ਤੁਸੀਂ ਲੈ ਸਕਦੇ ਹੋ ਪ੍ਰਿਮਿਟਿਵ 'ਚ ਬੈਕਟੀਰੀਆ ਦੀ। ਓਕੇ, ਥੈਂਕ ਯੂ।